ਹਾਲੇਲੂਇਆ। ਸਭ ਨੂੰ ਜੈ ਮਸੀਹ ਕੀ। ਮੈਂ ਥੋਮਸ ਕੋਹਾਲੀ ਪ੍ਰਭੂ ਯਿਸੂ ਮਸੀਹ ਦੀ ਪਾਕ ਹਜ਼ੂਰੀ ਦੇ ਵਿੱਚ ਤੁਹਾਡਾ ਸਵਾਗਤ ਕਰਦਾ। ਸੋ ਤੁਸੀਂ ਦੇਖ ਰਹੇ ਹੋ ਰੋਹਾਨ ਟੀਵੀ YouTube ਚੈਨਲ। ਸੋ ਅੱਜ ਅਸੀਂ ਇੱਕ ਐਸੇ ਪ੍ਰਭੂ ਦੇ ਦਾਸ ਦੇ ਨਾਲ ਤੁਹਾਨੂੰ ਮਿਲਾਨ ਦੇ ਲਈ ਜਾ ਰਹੇ ਹਾਂ ਕਿ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਪ੍ਰਭੂ ਯਿਸੂ ਮਸੀਹ ਨੇ ਬਹੁਤ ਵੱਡਾ ਕੰਮ ਕੀਤਾ। ਜਦੋਂ ਉਹ ਪ੍ਰਭੂ ਯਿਸੂ ਮਸੀਹ ਦੇ ਵਿੱਚ ਨਹੀਂ ਸੀ, ਉਹਨਾਂ ਦੀ ਜ਼ਿੰਦਗੀ ਵਿੱਚ ਪਾਪ ਸੀ, ਗੁਨਾਹ ਸੀ, ਉਹ ਚਾਹੁੰਦੇ ਸੀ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ। ਪਰ ਜਦੋਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਆਏ ਤੇ ਅਸੀਂ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਸਿੱਖਾਂਗੇ, ਗਵਾਹੀ ਦੇ ਵਿੱਚੋਂ ਸਿੱਖਾਂਗੇ ਕਿ ਕਿੱਦਾਂ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਦੀ ਜ਼ਿੰਦਗੀ 'ਚ ਕੰਮ ਕੀਤਾ, ਉਹਨਾਂ ਦੀ ਜ਼ਿੰਦਗੀ ਨੂੰ ਬਦਲਿਆ ਤੇ ਉਹਨਾਂ ਦੀ ਜ਼ਿੰਦਗੀ ਦੁਆਰਾ ਪ੍ਰਭੂ ਯਿਸੂ ਮਸੀਹ ਨੇ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਬਦਲਿਆ। ਆਈਏ ਅਸੀਂ ਪ੍ਰਭੂ ਦੇ ਦਾਸ ਦੇ ਕੋਲੋਂ ਉਹਨਾਂ ਦੀ ਗਵਾਹੀ ਸੁਣਾਂਗੇ। ਸਾਰਿਆਂ ਨੂੰ ਜੈ ਮਸੀਹ ਦੀ। ਮੇਰਾ ਨਾਮ ਹੈ ਮੰਗਾ। ਪ੍ਰਭੂ ਯਿਸੂ ਮਸੀਹ ਨੇ ਕੀਤਾ ਚੰਗਾ। ਰੱਬ ਤੁਹਾਨੂੰ ਬਹੁਤ ਸਾਰੀ ਬਰਕਤ ਦੇ। ਪਰਮੇਸ਼ਰ ਤੁਹਾਨੂੰ ਵੀ ਚੰਗਾ ਕਰੇ। ਪ੍ਰਭੂ ਯਿਸੂ ਮਸੀਹ ਨੂੰ ਸਾਰੀ ਮਹਿਮਾ ਮਿਲੇ। ਮੈਂ ਯਿਸੂ ਮਸੀਹ ਨੂੰ ਨਹੀਂ ਜਾਣਦਾ, ਪਰ ਯਿਸੂ ਮਸੀਹ ਮੈਨੂੰ ਜਾਣਦਾ ਸੀਗਾ। ਮੇਰੀ ਜ਼ਿੰਦਗੀ ਬਹੁਤ ਖਰਾਬ ਸੀਗੀ। 2006 ਦੇ ਵਿੱਚ ਮੈਂ ਦੁਸ਼ਟ ਆਤਮਾ ਦਾ ਜਕੜਿਆ ਸੀਗਾ। ਮੇਰੇ ਹੱਥ ਪੈਰ ਜਿਹੜੇ ਸਾਰੇ ਹੀ ਮੁੜ ਜਾਂਦੇ ਸੀਗੇ। ਮੈਨੂੰ ਸਮਝ ਨਹੀਂ ਆਉਂਦੀ ਕਿ ਕੋਈ ਡਾਕਟਰ ਚੰਗਾ ਕਰੇਗਾ ਜਾਂ ਕੋਈ ਰੱਬ ਚੰਗਾ ਕਰੇਗਾ। ਮੈਂ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਹੀ ਲਈ ਤੁਰਿਆ ਫਿਰਦਾ ਸੀਗਾ। ਬਹੁਤ ਸਾਰੇ ਸਿਆਣਿਆਂ ਦੇ ਕੋਲ ਜਾ ਕੇ ਦੇਖਿਆ ਵੀ ਕੋਈ ਮੈਨੂੰ ਚੰਗਾ ਕਰੇ। ਮੇਰੀ ਬਹੁਤ ਮਾੜੇ ਹਾਲਾਤ ਸੀਗੇ। ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਕੀ ਨਾ ਕਰਾਂ। ਮੇਰੇ ਮਨ ਦੇ ਵਿੱਚ ਇੱਕ ਗੱਲ ਆਈ ਸੀਗੀ ਕਿ ਮੈਂ ਆਪਣੀ ਜ਼ਿੰਦਗੀ ਦੀ ਲੀਲਾ ਨੂੰ ਕੀ ਕਰ ਦੇਵਾਂ, ਖਤਮ ਕਰ ਦੇਵਾਂ। ਪਰ ਜ਼ਿੰਦਗੀ ਔਰ ਮੌਤ ਪਰਮੇਸ਼ਰ ਦੇ ਹੱਥ ਵਿੱਚ ਹੈ। ਮੈਂ ਯਿਸੂ ਮਸੀਹ ਨੂੰ ਨਹੀਂ ਜਾਣਦਾ, ਬਹੁਤ ਸਾਰੀ ਨਫ਼ਰਤ ਕਰਦਾ ਸੀਗਾ। 2006 ਦੇ ਵਿੱਚ ਜਦੋਂ ਮੈਂ ਬਿਮਾਰ ਸੀਗਾ, 1.5 ਸਾਲ ਮੈਂ ਬਿਮਾਰ ਰਿਹਾ। ਮੈਂ ਜਗ੍ਹਾ ਜਗ੍ਹਾ ਜਾ ਕੇ ਦੇਖਿਆ ਕਿ ਕਿਤੇ ਕੋਈ ਮੈਨੂੰ ਰਮਾਨ ਆ ਜਾਏ, ਪਰ ਕਿਤੇੋਂ ਵੀ ਕੋਈ ਆਰਾਮ ਨਹੀਂ ਸੀ ਮਿਲਦਾ। ਇੱਕ ਸਮਾਂ ਆਇਆ ਜਿਸ ਦਿਨ ਰਾਤ ਮੈਂ ਇਹ ਸੋਚ ਰਿਹਾ ਸੀਗਾ, ਘਰ ਦੇ ਵਿੱਚ ਆਪਣੇ ਪਲੈਨਿੰਗ ਬਣਾ ਰਿਹਾ ਸੀਗਾ ਖੁਦਕੁਸ਼ੀ ਦੀ, ਕਿ ਅੱਜ ਮੈਂ ਖੁਦਕੁਸ਼ੀ ਕਰਨੀ ਆ। ਉਸ ਤੋਂ ਬਾਅਦ ਸਾਡੇ ਘਰ ਦੇ ਵਿੱਚ ਸਾਡੇ ਰਿਸ਼ਤੇਦਾਰਾਂ ਵਿੱਚੋਂ ਚਾਚੀ ਸੀਗੀ, ਉਹਦਾ ਨਾਮ ਸੱਤੀ ਸੀਗਾ। ਉਹ ਪਾਸਟਰ ਜੀ ਲਿਆਸ ਘਮਾਣਾ ਦੇ ਵਿੱਚ ਸੇਵਕਾਈ ਕਰਦੇ ਸੀਗੇ ਤੇ ਉਹਨਾਂ ਦੇ ਬਾਰੇ ਉਹਨਾਂ ਨੇ ਆਣ ਕੇ ਘਰ ਦੇ ਵਿੱਚ ਜ਼ਿਕਰ ਕੀਤਾ ਤੇ ਦੱਸਿਆ। ਤੇ ਜਦੋਂ ਚਾਚੀ ਸੱਤੀ ਆਈ ਤੇ ਮੈਂ ਗਲ ਲਾ ਕੇ ਬਹੁਤ ਸਾਰਾ ਰੋ ਰਿਹਾ ਸੀਗਾ ਕਿ ਜੇ ਮੈਂ ਮਰ ਗਿਆ ਤੇ ਮੇਰੇ ਬੱਚਿਆਂ ਦਾ ਕੌਣ ਦੇਖਭਾਲ ਕਰੇਗਾ, ਇਹ ਬੱਚੇ ਕਿੱਧਰ ਨੂੰ ਜਾਣਗੇ, ਇਹਨਾਂ ਦਾ ਕੀ ਹੋਵੇਗਾ। ਤੇ ਮੈਨੂੰ ਜਦੋਂ ਚਾਚੀ ਸੱਤੀ ਨੇ ਕਿਹਾ ਵੀ ਚਲੋ ਮੈਂ ਉਹਨਾਂ ਘਰੇ ਦੁੱਧ ਦੇਣ ਜਾਂਦੀ ਹਾਂ ਤੇ ਉੱਥੇ ਲੋਕੀ ਆਉਂਦੇ ਨੇ ਤੇ ਪ੍ਰਾਰਥਨਾ ਕਰਾਉਂਦੇ ਨੇ, ਰੱਬ ਉਹਨਾਂ ਨੂੰ ਚੰਗਾ ਕਰਦਾ ਵਾ, ਜੇ ਤੂੰ ਉੱਥੇ ਜਾਵੇਂਗਾ ਤੇ ਚੰਗਾ ਹੋ ਜਾਵੇਂਗਾ। ਤੇ ਮੇਰੇ ਮਨ ਦੇ ਵਿੱਚ ਇਹ ਗੱਲ ਜ਼ਰੂਰ ਆਈ ਸੀਗੀ, ਪਹਿਲਾਂ ਸੁਣਨ ਨੂੰ ਮਿਲਿਆ ਸੀਗਾ ਵੀ ਪ੍ਰਭੂ ਯਿਸੂ ਮਸੀਹ ਦੇ ਵਿੱਚ ਜਿਹੜੇ ਲੋਕ ਆਉਂਦੇ ਨੇ ਉਹਨਾਂ ਨੂੰ ਬਹੁਤ ਸਾਰੇ ਪੈਸੇ ਮਿਲਦੇ ਨੇ। ਮੇਰੇ ਮਨ 'ਚ ਇਹ ਵਿਚਾਰ ਸੀਗਾ ਸ਼ਾਇਦ ਵੀ ਭਾਵੇਂ ਲੱਖਾਂ ਕਰੋੜਾਂ ਕੋਈ ਰੁਪਈਆ ਦੇ ਦੇ, ਮੈਂ ਆਪਣਾ ਧਰਮ ਨਹੀਂ ਬਦਲਾਂਗਾ। ਮੇਰੇ ਮਨ ਦੇ ਵਿੱਚ ਇਹ ਵਿਚਾਰ ਸੀਗੇ ਵੀ ਮੈਂ ਜਾਊਂਗਾ ਤੇ ਮੈਨੂੰ ਇਹ ਨਾ ਹੋਵੇ ਕਿਤੇ ਮਤਲਬ ਕਿ ਇਹ ਵੱਡੀ ਜੀ ਸਲੀਪ ਪਾ ਕੇ ਤੇ ਮੇਰਾ ਧਰਮ ਹੀ ਨਾ ਬਦਲ ਦੇਣ। ਮੈਨੂੰ ਬੜਾ ਡਰ ਸੀਗਾ ਕਿਉਂਕਿ ਮੈਂ ਯਿਸੂ ਮਸੀਹ ਨੂੰ ਨਹੀਂ ਜਾਣਦਾ। ਤੇ ਮੈਂ ਇਹ ਮਨ 'ਚ ਮੇਰੇ ਖਿਆਲ ਨਹੀਂ ਸੀਗਾ ਕਿ ਮੈਂ ਯਿਸੂ ਮਸੀਹ ਦੇ ਵਿੱਚ ਚੱਲਾਂਗਾ। ਮੇਰੇ ਮਨ ਦੇ ਵਿੱਚ ਇਹ ਸੀਗਾ ਵੀ ਅੱਜ ਪ੍ਰਾਰਥਨਾ ਕਰਾਉਣੀ ਆ ਤੇ ਇੱਕ ਦੋ ਪ੍ਰਾਰਥਨਾ ਹੋਰ ਕਰਾਵਾਂਗੇ, ਜਿੱਦਾਂ ਲੋਕੀ ਫਾਂਡੇ ਕਰਦੇ ਨੇ, ਤੇ ਮੈਂ ਵੀ ਇਹ ਫਾਂਡਾ ਕਰਾ ਕੇ ਤੇ ਕੀ ਕਰਾਂਗਾ, ਮੈਂ ਵਾਪਸ ਚਲੇ ਜਾਵਾਂਗਾ ਤੇ ਜਿਸ ਤਰ੍ਹਾਂ ਆਮ ਸੰਸਾਰ 'ਚ ਹੁੰਦਾ ਵਾ ਉਸ ਤਰ੍ਹਾਂ ਹੀ ਹੋਵੇਗਾ। ਪਰ ਐਸਾ ਕੁਝ ਨਹੀਂ ਹੋਇਆ। ਜਦੋਂ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਵਿਸ਼ਵਾਸ ਕਰੇਗਾ ਪ੍ਰਭੂ ਯਿਸੂ ਮਸੀਹ ਦੇ ਤੇ ਬਚਾਇਆ ਜਾਵੇਗਾ, ਤੇ ਮੈਂ ਜਦੋਂ ਰਾਤ ਉਹਨਾਂ ਨੇ ਮੇਰੇ ਵਾਸਤੇ ਪ੍ਰਾਰਥਨਾ ਕੀਤੀ ਤੇ ਉਸ ਰਾਤ ਤੋਂ ਪਹਿਲਾਂ ਮੈਂ ਰਾਤ ਨੂੰ ਗਲੀਆਂ ਦੇ ਵਿੱਚ ਤੁਰਿਆ ਫਿਰਦਾ ਹੁੰਦਾ ਸੀਗਾ। ਕਦੀ ਐਨੂੰ ਚੱਲ ਗਏ, ਕਦੀ ਐਨੂੰ ਚੱਲ ਗਏ। ਘਮਾਣ ਦੇ ਵਿੱਚ ਮੇਰੇ ਕੋਲ ਇੱਕ ਸ਼ੌਪ ਸੀਗੀ ਮਨਿਆਰੀ ਦੀ, ਇੱਕ ਬੂਟਾਂ ਦੀ, ਤੇ ਮੈਂ ਕਦੀ ਵੀ ਆਪਣੀ ਸ਼ੌਪ ਤੇ ਨਹੀਂ ਬਹਿੰਦਾ ਹੁੰਦਾ ਕਿਉਂਕਿ ਸ਼ੈਤਾਨ ਮੈਨੂੰ ਆਪਣੀ ਸ਼ੌਪ ਤੇ ਬਹਿਣ ਹੀ ਨਹੀਂ ਦਿੰਦਾ। ਮੈਂ ਤੁਰਿਆ ਫਿਰਦਾ, ਨਾ ਹੀ ਮੇਰੇ ਘਰ ਦੇ ਵੀ ਪਰੇਸ਼ਾਨ, ਮੇਰੇ ਨਾਲ ਦੀ ਵੀ ਪਰੇਸ਼ਾਨ, ਮੇਰੇ ਬੱਚੇ ਵੀ ਪਰੇਸ਼ਾਨ ਇਸ ਗੱਲ ਦੇ ਉੱਤੋਂ ਆ ਚੁੱਕੇ ਸੀਗੇ। ਤੇ ਮੈਂ ਇਹਨਾਂ ਦੀ ਸਾਰਿਆਂ ਦੀ ਪਰੇਸ਼ਾਨੀ ਮੈਂ ਖਤਮ ਕਰ ਦੇਣਾ, ਆਪਣੀ ਜੀਵਨ ਲੀਲਾ ਨੂੰ ਖਤਮ ਕਰ ਦੇਣਾ ਵਾ ਤੇ ਇਹ ਆਪੇ ਸੌਖੇ ਹੋ ਜਾਣਗੇ। ਜਿਹੜਾ ਵਿਚਾਰ ਬਣਾਇਆ ਸੀਗਾ ਮੈਂ ਆਤਮ ਹੱਤਿਆ ਕਰਨ ਦਾ, ਉਹ ਉਸ ਸ਼ਨੀਵਾਰ ਰਾਤ ਸੀਗੀ ਜਿਸ ਦਿਨ ਮੈਂ ਡਾਕਟਰ ਲਿਆਸ ਦੇ ਘਰੇ, ਪਾਸਟਰ ਲਿਆਸ ਦੇ ਘਰੇ ਜਾ ਕੇ ਉਹਨਾਂ ਦੇ ਗਾੜੀ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਅਰਦਾਸ ਬੇਨਤੀ ਕਰੋ ਜੇ ਕੋਈ ਰੱਬ ਦਾ ਕੋਈ ਕਰ ਸਕਦਾ ਹੈਗਾ। ਤੇ ਉਹਨਾਂ ਨੇ ਪ੍ਰਾਰਥਨਾ ਕੀਤੀ ਤੇ ਰਾਤ ਉਸ ਮੈਂ ਸੁੱਤਾ ਰਿਹਾ ਤੇ ਸਵੇਰੇ ਉੱਠ ਕੇ ਮੈਂ ਇੱਕ ਗੱਲ ਮਨ ਦੇ ਵਿੱਚ ਸੋਚੀ ਵੀ ਇੱਕ ਪ੍ਰਾਰਥਨਾ ਦੇ ਨਾਲ ਇੰਨਾ ਜਿਹੜਾ ਵਾ ਜੀਵਨ ਦੇ ਵਿੱਚ ਸੰਤੁਸ਼ਟੀ ਆ, ਇੱਕ ਸ਼ਾਂਤੀ ਜੀ ਹੈਗੀ ਆ, ਤੇ ਜੇ ਮੈਂ ਇੱਕ ਦੋ ਪ੍ਰਾਰਥਨਾ ਹੋਰ ਕਰਾਵਾਂਗਾ ਤੇ ਮੈਂ ਤੇ ਚੰਗਾ ਹੋ ਜਾਵਾਂਗਾ, ਮੈਂ ਆਪਣਾ ਮਤਲਬ ਕੱਢਾਂਗਾ ਤੇ ਚਲੇ ਜਾਵਾਂਗਾ। ਇਹ ਸੱਚਮੁੱਚ ਇਦਾਂ ਸੀਗਾ।
ਮੈਂ ਟਿਕਣਾ ਨਹੀਂ ਯਿਸੂ ਮਸੀਹ ਦੇ ਵਿੱਚ। ਮੈਂ ਕਰਮਾਨ ਲੈਣ ਵਾਸਤੇ ਆਇਆ ਸੀਗਾ, ਪਰ ਮੈਨੂੰ ਇਹ ਨਹੀਂ ਪਤਾ ਕਿ ਯਿਸੂ ਮਸੀਹ ਦੇ ਵਿੱਚ ਜ਼ਿੰਦਗੀ ਹੈਗੀ ਆ। ਮੈਨੂੰ ਇਸ ਬਾਰੇ ਭੇਤ ਹੀ ਕੋਈ ਨਹੀਂ ਸੀਗਾ। ਫਿਰ ਐਤਵਾਰ ਵਾਲੀ ਮੀਟਿੰਗ ਦੇ ਵਿੱਚ ਗਿਆ, ਐਤਵਾਰ ਵੀ ਮੀਟਿੰਗ ਕੀਤੀ। ਉਸ ਤੋਂ ਬਾਅਦ 400 ਮੀਟਿੰਗਾਂ ਜਦੋਂ ਮੈਂ ਜਾਂਦਾ ਰਿਹਾ, ਫਿਰ ਪ੍ਰਭੂ ਦੇ ਬਾਰੇ ਮੈਨੂੰ ਹੋਰ ਗਾੜੀ ਪਤਾ ਲੱਗਦਾ ਗਿਆ। ਤੇ ਰੱਬ ਦੇ ਸੇਵਕ ਜਿਹੜੇ ਸੀ ਉਹ ਮੇਰੇ ਵਾਸਤੇ ਲਗਾਤਾਰ ਕੀ ਕਰਦੇ ਸੀਗੇ, ਪ੍ਰਾਰਥਨਾ ਕਰਦੇ ਸੀਗੇ। ਫਿਰ ਮੇਰੀ ਜ਼ਿੰਦਗੀ ਜਿਹੜੀ ਆ ਉਹ ਬਦਲਦੀ ਗਈ। ਇੱਕ ਸਮਾਂ ਇਹ ਵੀ ਸੀਗਾ ਜਿਸੋਂ ਇਹਨਾਂ ਹਾਲਾਤਾਂ ਦੇ ਵਿੱਚ ਮੈਂ ਹੈਗਾ ਸੀਗਾ, ਜਦੋਂ ਕਿ ਇਹ ਦੁਸ਼ਟ ਆਤਮਾ ਦਾ ਜਕੜਿਆ ਸੀਗਾ। ਮੈਂ ਮੈਡੀਸਿਨ ਦਾ ਵੀ ਇਸਤੇਮਾਲ ਕੀਤਾ ਹੈ। ਗੁਰੂ ਨਾਨਕ ਹਸਪੀਟਲ ਦੇ ਵਿੱਚ ਜਾ ਕੇ ਮੈਂ ਆਪਣੇ ਆਪ ਦਾ ਚੈੱਕਅਪ ਕਰਾਇਆ। ਉਹਨਾਂ ਨੇ ਮੈਨੂੰ ਮੈਂਟਲ ਕਰਾਰ ਦੇ ਦਿੱਤਾ ਸੀਗਾ। ਉਹਨਾਂ ਮੈਂਟਲ ਕਰਾਰ ਦਿੱਤਾ ਕਿ ਬੰਦਾ ਮੈਂਟਲ ਹੈਗਾ ਏ, ਪਰ ਉਹ ਦਵਾਈ ਜਿਹੜੀ ਮੈਂ ਲੈਣਾ ਸੀਗਾ ਉਹ ਜਦ ਤੱਕ ਮੈਂ ਖਾਣਾ ਸੀ ਉਹਦਾ ਨਸ਼ਾ ਹੁੰਦਾ ਸੀ, ਉਦ ਤੱਕ ਮੈਂ ਚੰਗਾ ਰਹਿਣਾ ਸੀਗਾ। ਪਰ ਜਦੋਂ ਉਸ ਦਵਾਈ ਦਾ ਅਸਰ ਖਤਮ ਹੋ ਜਾਂਦਾ ਸੀਗਾ, ਉਹ ਦੁਸ਼ਟ ਆਤਮਾ ਮੇਰੇ ਉਦਾਂ ਹੀ ਪੈਰ ਹੱਥ ਵਿੰਗੇ ਕਰ ਦਿੰਦਾ ਸੀਗਾ। ਡਾਕਟਰਾਂ ਨੇ ਉਸ ਗੁਰੂ ਨਾਨਕ ਹਸਪੀਟਲ ਦੇ ਵਿੱਚ ਮੈਨੂੰ ਬਿਲਕੁਲ ਪਾਗਲ ਕਰਾਰ ਕੀਤਾ ਸੀਗਾ। ਪਰ ਜਦੋਂ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਪ੍ਰਾਰਥਨਾ ਹੋਈ ਤੇ ਫਿਰ ਪਰਮੇਸ਼ਰ ਨੇ ਮੈਨੂੰ ਕੀ ਕੀਤਾ, ਚੰਗਾ ਕੀਤਾ। ਇਸ ਕੰਮ ਤੋਂ ਜਿਹੜਾ ਦੁਸ਼ਟ ਆਤਮਾ ਤੋਂ ਆਜ਼ਾਦ ਕੀਤਾ। ਉਹ ਕਦੀ ਮੈਂ ਮੈਡੀਸਨ ਉਹ ਲਈ ਤੱਕ ਨਹੀਂ ਗਈ। ਦਮੇ ਦੀ ਬਿਮਾਰੀ ਹੀ ਮੇਰੇ ਕੋਲ 10 ਕਦਮ ਤੁਰਿਆ ਵੀ ਨਹੀਂ ਜਾਂਦਾ ਸੀਗਾ। ਤੇ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਤੇ ਪਰਮੇਸ਼ਰ ਨੇ ਕੀ ਕੀਤਾ, ਮੈਨੂੰ ਚੰਗਾ ਕਰ ਦਿੱਤਾ, ਮੇਰੇ ਹਾਲਾਤ ਬਦਲ ਦਿੱਤੇ। ਬਹੁਤ ਜਗ੍ਹਾ ਦੇ ਉੱਤੇ ਜਦੋਂ ਜਾ ਕੇ ਦੇਖਿਆ ਵੀ ਕੋਈ ਆਏ ਤੇ ਕੋਈ ਮਤਲਬ ਕਿ ਕੋਈ ਆਪਣਾ ਅਰਦਾਸ ਬੇਨਤੀ ਕੋਈ ਕਰੇ, ਪਰ ਇਹ ਜਿਹੜੇ ਮੇਰੇ ਹੱਥ ਪੈਰ ਜਿਹੜੇ ਸੀ ਬਿਲਕੁਲ ਸਾਰੇ ਹੀ ਮੁੜ ਜਾਂਦੇ ਸੀਗੇ। ਇਹਦਾ ਕੋਈ ਹੱਲ ਨਹੀਂ ਸੀਗਾ। ਜੇ ਸਿਆਣਿਆਂ ਮਲਾਣਿਆਂ ਦੀ ਗੱਲ ਕਰਦੇ ਆ ਤੇ ਬਹੁਤ ਜਗ੍ਹਾ ਦੇ ਉੱਤੇ ਜਾ ਕੇ ਮੈਂ ਇਹ ਸਭ ਕੁਝ ਕਰ ਵੀ ਕੀਤਾ ਵੀ ਇਹ ਸਭ ਕੁਝ। ਬਹੁਤ ਸਾਰੇ ਪੈਸੇ ਵੀ ਦਿੱਤੇ ਸੀ ਇਹਨਾਂ ਲੋਕਾਂ ਨੂੰ, ਉਹ ਪਾ ਕਰਨ ਵਾਸਤੇ ਕਹਿੰਦੇ ਸੀ। ਕੋਈ ਕਹਿੰਦਾ ਸੀ ਕੜਾਈ ਕਰਾਉਣੀ ਪਊਗੀ, ਕੋਈ ਕਹਿੰਦਾ ਸੀ ਦੇਸੀ ਸ਼ਰਾਬ ਲਿਆਉਣੀ ਪਊਗੀ, ਕੋਈ ਕਹਿੰਦਾ ਸੀ ਕਾਲਾ ਕੁੱਕੜ ਚਾਹੀਦਾ, ਕੋਈ ਕਹਿੰਦਾ ਸੀ ਚਿੱਟਾ ਕੁੱਕੜ ਚਾਹੀਦਾ ਹੈਗਾ। ਪਰ ਪ੍ਰਭੂ ਯਿਸੂ ਮਸੀਹ ਨੇ ਐਸਾ ਕੁਛ ਮੰਗਿਆ। ਖੁਦਾ ਆਪ ਬਲੀ ਦਾ ਬੱਕਰਾ ਬਣ ਗਿਆ ਸਾਡੇ ਪਾਪਾਂ ਦੇ ਗੁਨਾਹਾਂ ਵਾਸਤੇ। ਹਾਲੇਲੂਇਆ। 2011 ਦੇ ਵਿੱਚ ਜਦੋਂ ਮੈਂ ਆ ਚੁੱਕਾ, ਪਰਮੇਸ਼ਰ ਨੇ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਦਿੱਤੀ ਤੇ ਧਨ ਦੌਲਤ ਵੀ ਕਾਫੀ ਆ ਚੁੱਕੀ। ਜਦੋਂ ਇਹ ਧਨ ਦੌਲਤ ਸਾਰੀ ਆ ਚੁੱਕੀ ਸੀ ਤੇ ਮੇਰੀ ਜ਼ਿੰਦਗੀ 'ਚ ਬਸ ਇਹੋ ਹੀਗਾ ਕਿ ਬਸ ਇਹੋ ਕੁਝ ਚਾਹੀਦਾ ਹੈ ਤੇ ਸਾਨੂੰ ਮਿਲ ਚੁੱਕਾ ਹੈਗਾ ਵਾ। ਸਾਰਾ ਧਨ ਦੌਲਤ ਜਦੋਂ ਮਿਲਿਆ, ਉਦੋਂ ਮੇਰੀ ਜ਼ਿੰਦਗੀ ਦੇ ਵਿੱਚ ਗਿਰਾਵਟ ਆਈ, ਕਿਉਂਕਿ ਮੈਂ ਪਾਪ ਦੇ ਵਿੱਚ ਚਲੇ ਗਿਆ ਸੀਗਾ। ਫਿਰ ਪਾਪ ਦਾ ਮਤਲਬ ਕਿ ਮੈਂ ਸ਼ਰਾਬ ਜਿਹੜੀ ਸੀ ਸ਼ੁਰੂ ਦੇ ਤੋਂ ਪਹਿਲਾਂ ਕੱਢਦਾ ਰਿਹਾ ਸੀਗਾ, ਪੀਂਦਾ ਵੀ ਰਿਹਾ ਸੀਗਾ, ਬਹੁਤ ਸਾਰੇ ਲੋਕਾਂ ਨੂੰ ਪਿਆਲਦਾ ਵੀ ਰਿਹਾ ਸੀਗਾ। ਉਸ ਤੋਂ ਬਾਅਦ ਦੇ ਵਿੱਚ ਮੇਰੀ ਜ਼ਿੰਦਗੀ 'ਚ ਮੇਰਾ ਇੱਕ ਦੋਸਤ ਸੀਗਾ। ਆਪਾਂ ਇੱਕ ਗੱਡੀ ਲੈ ਕੇ ਆਂਦੀ, ਐਗਜ਼ੈਲੋ ਨਵੀਂ ਗੱਡੀ ਲੈ ਕੇ ਆਂਦੀ, ਤੇ ਉਹਨੇ ਮੇਰੇ ਕੋਲ ਇਹਦੀ ਪਾਰਟੀ ਮੰਗੀ। ਕਹਿੰਦਾ ਕਿ ਵਧਾਈ ਚਾਹੀਦੀ ਗਈ ਆ। ਤੇ ਮੈਂ ਹਾਂ ਜ਼ਰੂਰ, ਕੋਈ ਗੱਲ ਨਹੀਂ ਹੈ, ਮੋਸਟ ਵੈਲਕਮ, ਮੂੰਹ ਮਿੱਠਾ ਕਰੋ। ਕਹਿੰਦਾ ਮੂੰਹ ਮਿੱਠਾ ਤਾਂ ਨਹੀਂ ਕਰਨਾ, ਕੌੜਾ ਕਰਨਾ। ਬਾਣੀ 'ਚ ਲਿਖਿਆ ਹੈਗਾ ਕਿ ਬੁਰਿਆਂ ਦੀ ਸੰਗਤ ਨਾ ਕਰ। ਪਰ ਜਦੋਂ ਇਸ ਜਗ੍ਹਾ ਦੇ ਉੱਤੇ ਆਪਾਂ ਆਣ ਕੇ ਬੈਠੇ ਤੇ ਉਹਨੇ ਆਣ ਕੇ ਮਤਲਬ ਕਿ 2 ਗਲਾਸੀਆਂ ਲਿਆਂਦੀਆਂ, ਤੇ ਮੈਂ ਇਹ ਕੀ ਕਰਨੀਆਂ, ਇਹਨਾਂ 2 ਗਲਾਸੀਆਂ, ਇੱਕ ਹੋਰ ਕੋਈ ਆਉਣ ਵਾਲਾ ਹੈਗਾ ਤੇ ਮੇਰੇ ਮਨ 'ਚ ਕੋਈ ਆਏਗਾ। ਪਰ ਉਹਨੇ 2 ਗਲਾਸੀਆਂ ਦੇ ਵਿੱਚ ਪਾ ਕੇ ਮੈਨੂੰ ਸ਼ਰਾਬ ਜਿਹੜੀ ਸੀ ਉਹ ਚੁੱਕਣ ਵਾਸਤੇ ਕਿਹਾ। ਕਹਿੰਦਾ ਅਗਰਵਾਈਜ਼ ਜੇ ਤੂੰ ਮਤਲਬ ਕਿ ਜੇ ਤੈਨੂੰ ਖੁਸ਼ੀ ਨਹੀਂ ਹੈ ਤੇ ਮੈਨੂੰ ਕੋਈ ਖੁਸ਼ੀ ਨਹੀਂ ਆ, ਤੂੰ ਇਦਾਂ ਕਰ ਕਿ ਇਹ ਪੈਗ ਹੈ ਤੈਨੂੰ ਨਾਲ ਹੀ ਚੁੱਕਣਾ ਪੈਣਾ ਹੈ। ਤੇ ਮੈਂ ਉਹਦੇ ਮਨ 'ਚ ਧਰਵਾਸਾ ਰੱਖਿਆ ਵੀ ਚੱਲ ਕੋਈ ਗੱਲ ਨਹੀਂ ਆ, ਥੋੜਾ ਸਮਾਂ ਅੱਜ ਪੈਗ ਲਾ ਲਾਂਗੇ ਤੇ ਕੱਲ ਨੂੰ ਨਹੀਂ ਲਾਵਾਂਗੇ। ਤੇ ਉਹਨੇ ਕੀਤਾ, 2 ਪੈਗਾਂ 'ਚ ਪਾਈ। ਉਹ ਪੈਗ ਜਿਹੜਾ ਪੀਤਾ ਉਸ ਤੋਂ ਬਾਅਦ ਬੰਦ ਨਹੀਂ ਹੋਇਆ। ਉਸ ਤੋਂ ਬਾਅਦ ਮੈਂ ਲਗਾਤਾਰ ਉਹਦੇ ਨਾਲ ਪੀਤਾ। ਉਸ ਤੋਂ ਬਾਅਦ ਕੱਲਿਆਂ ਨੇ ਪੀਣੀ ਸ਼ੁਰੂ ਕਰ ਦਿੱਤੀ। ਐਸੀਆਂ ਜ਼ਿੰਦਗੀ ਦੇ ਵਿੱਚ ਮੇਰੇ ਚੀਜ਼ਾਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਹੈਗੀਆਂ। ਮੁੜ ਕੇ ਇੱਕ ਦਿਨ ਸਮਾਂ ਆ ਗਿਆ, ਜੇ ਮੈਂ ਚਰਚ ਵੀ ਜਾਣਾ ਸੀਗਾ ਤੇ ਮੈਂ ਹੱਥ ਲਾ ਕੇ ਆ ਜਾਣਾ। ਨਾ ਹੈਗਾ ਮੈਂ ਜ਼ਿਆਦਾ ਸਮਾਂ ਬਤੀਤ ਨਹੀਂ ਕਰਦਾ, ਨਾ ਮੇਰਾ ਕੋਈ ਮਨ ਸੀਗਾ ਵਚਨ ਸੁਣਨ ਦਾ, ਨਾ ਕੋਈ ਮੇਰਾ ਕੋਈ ਕਿਸੇ ਦੇ ਨਾਲ ਵਾਸਤਾ ਸੀਗਾ। ਮੇਰਾ ਮਨ ਸੀਗਾ ਛੋਟੀ ਜਿਹੀ ਗਵਾਹੀ ਦੇਣੀ ਹੈ ਤੇ ਆਪਣੇ ਘਰ ਆਪਾਂ ਆਪਣੀ ਦੁਕਾਨ ਦੇ ਉੱਤੇ ਆ ਜੰਨੇ ਸੀਗੇ। ਪਰ ਖੁਦਾ ਦਾ ਧੰਨਵਾਦ ਕਰਦੇ ਹਾਂ, ਮੈਨੂੰ ਉਸ ਚਰਚ ਦੇ ਵਿੱਚ ਪਿੰਡ ਮੰਡਿਆਲੇ ਤੋਂ ਬੱਬੂ ਨੇ ਮੈਨੂੰ ਕਿਹਾ, ਕਹਿੰਦਾ ਵੀ ਇਸ ਜਗ੍ਹਾ ਦੇ ਉੱਤੇ ਪਰਮੇਸ਼ਰ ਮੈਨੂੰ ਦੱਸ ਰਿਹਾ ਵੀ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਣਾ ਪਰਮੇਸ਼ਰ ਦੇ ਨਾਲ ਜਿਹੜਾ ਰਿਸ਼ਤਾ ਵਾ ਉਹ ਗਵਾ ਬੈਠਾ ਹੈ। ਮੈਨੂੰ ਪਤਾ ਸੀਗਾ, ਪਰ ਮੈਂ ਕਿਹਾ ਸ਼ਾਇਦ ਬੱਬੂ ਝੂਠ ਮਾਰਦਾ ਹੈਗਾ ਵਾ। ਮੁੜ ਕੇ ਉਸ ਤੋਂ ਬਾਅਦ ਦੇ ਵਿੱਚ ਮੈਨੂੰ ਸੁਪਨੇ ਦੁਆਰਾ ਖੁਦਾ ਨੇ ਦੱਸਿਆ, ਬਵਿਸਤਾ ਸਾਰ ਦੀ 28 ਦੀ 1 ਦੇ ਵਿੱਚ ਲਿਖਿਆ, ਕਹਿੰਦਾ ਤੂੰ ਮਲਕੀ ਕਹਿੰਦਾ ਮੈਂ ਤੈਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਤੋਂ ਕੀ ਕਰਾਂਗਾ, ਉੱਚਾ ਕਰਾਂਗਾ, ਹਰ ਉਹ ਬਰਕਤ ਦਵਾਂਗਾ ਜੋ ਤੈਨੂੰ ਚਾਹੀਦੀ ਆ। ਮੈਂ ਇਹ ਮਨ ਦੇ ਵਿੱਚ ਸੋਚ ਲਿਆ ਸੀਗਾ ਵੀ ਇਹ ਸਭ ਕੁਝ ਤੇ ਆਲਰੇਡੀ ਮਿਲ ਹੀ ਚੁੱਕਾ ਹੈਗਾ ਵਾ, ਇਹ ਵੀ ਸੁਪਨੇ ਬੇਕਾਰ ਹੈਗੇ ਨੇ। ਪਰ ਇੱਕ ਦਿਨ ਜਿੱਦਣ ਮੈਂ ਆਪਣੀ ਗੱਡੀ ਦੇ ਵਿੱਚ ਬਹਿ ਕੇ ਸ਼ਰਾਬ ਪੀਣ ਡਿਆ ਸੀਗਾ, ਉਸ ਦਿਨ ਖੁਦਾ ਦੇ ਆਤਮਾ ਨੇ ਮੈਨੂੰ ਇਹ ਗੱਲ ਬੋਲੀ ਕਿ ਦੇਖ ਪੁੱਤਰ, ਮੈਂ ਤੈਨੂੰ ਕਿੱਥੋਂ ਚੁੱਕਿਆ ਹੈਗਾ ਤੇ ਕਿੱਥੇ ਹੁਣ ਡਿੱਗ ਪਿਆ ਏ। ਮੈਂ ਤੈਨੂੰ ਇਸ ਕਰਕੇ ਨਹੀਂ ਚੁਣਿਆ, ਇਸ ਕਰਕੇ ਨਹੀਂ ਚੰਗਾ ਕੀਤਾ ਹੈਗਾ ਕਿ ਤੂੰ ਇਹਨਾਂ ਸ਼ਰਾਬ ਦੇ ਵਿੱਚ ਆਪਣੀ ਜ਼ਿੰਦਗੀ ਜਿਹੜੀ ਆ ਪਾਪ ਦੇ ਵਿੱਚ ਗੁਜ਼ਾਰ ਲਵੇਂ।
ਤੇ ਮੈਂ ਇਹ ਮਨ ਦੇ ਵਿੱਚ ਸੋਚ ਰਿਹਾ ਸੀਗਾ ਵੀ ਸ਼ਾਇਦ ਅੱਜ ਮੈਨੂੰ ਇਹ ਕੰਮ ਕਰਨਾ ਪੈਣਾ ਵਾ ਵੀ ਅੱਜ ਖੁਦਾ ਜਿਹੜਾ ਮੇਰੇ ਨਾਲ ਗੱਲਾਂ ਕਰ ਰਿਹਾ ਹੈ, ਇਹ ਅੱਜ ਤੀਜਾ ਮੌਕਾ ਹੈ, ਇਸ ਤੋਂ ਬਾਅਦ ਮੌਕਾ ਨਹੀਂ ਮਿਲਣਾ। ਪਰ ਉਸ ਗੱਡੀ ਦੇ ਵਿੱਚੋਂ ਮੈਂ ਜਿਹੜੀ ਸ਼ਰਾਬ ਦੀ ਬੋਤਲ ਸੀਗੀ ਉਹ ਕੱਢ ਕੇ ਮੈਂ ਬਾਹਰ ਸੁੱਟ ਦਿੱਤੀ। ਉਸ ਤੋਂ ਬਾਅਦ ਘਰ ਦੇ ਵਿੱਚ ਆਪਾਂ ਇੱਕ ਮੀਟਿੰਗ ਰਖਾਈ। ਜਦੋਂ ਮੀਟਿੰਗ ਰੱਖੀ ਸੀ ਘਰ ਦੇ ਵਿੱਚ ਤੇ ਉਹ ਦੁਸ਼ਟ ਆਤਮਾ ਜਿਹੜਾ ਸੀਗਾ ਉਹ ਮੇਰੇ ਵਿੱਚ ਪ੍ਰਵੇਸ਼ ਕਰ ਚੁੱਕਾ ਸੀਗਾ। ਬਾਈਬਲ 'ਚ ਲਿਖਿਆ ਹੈ ਜਦੋਂ ਇੱਕ ਦੁਸ਼ਟ ਆਤਮਾ ਨਿਕਲਦਾ ਹੈ, ਸੁੱਕੀਆਂ ਥਾਵਾਂ ਤੇ ਜਾਂਦਾ ਹੈ ਤੇ ਆਪਣੇ ਨਾਲ ਭੈੜੇ 7 ਦੁਸ਼ਟ ਆਤਮੇ ਹੋਰ ਲੈ ਕੇ ਆਉਂਦਾ ਹੈ। तो ਉਹ ਹਾਲ ਮੇਰਾ ਹੋ ਚੁੱਕਾ ਸੀਗਾ, ਮੇਰਾ ਪਹਿਲੇ ਨਾਲੋਂ ਮਾੜਾ ਹਾਲ ਹੋ ਚੁੱਕਾ ਸੀਗਾ। ਮੈਂ ਬਹੁਤ ਸਾਰੇ ਮਤਲਬ ਕਿ ਪਾਸਟਰਾਂ ਕੋ, ਰੱਬ ਦੇ ਸੇਵਕਾਂ ਕੋ ਪ੍ਰਾਰਥਨਾ ਵੀ ਕਰਾਈ ਕਿ ਕੋਈ ਪ੍ਰਾਰਥਨਾ ਕਰੋ ਮੇਰੇ ਵਾਸਤੇ, ਪਰ ਦੁਸ਼ਟ ਆਤਮਾ ਮੈਨੂੰ ਛੱਡ ਨਹੀਂ ਰਿਹਾ ਕਿਉਂਕਿ ਮੇਰੀ ਜ਼ਿੰਦਗੀ 'ਚ ਪਾਪ ਸੀਗਾ। ਪਹਿਲਾਂ ਵੀ ਮੈਂ ਪਾਪ ਛੱਡਣ ਨੂੰ ਤਿਆਰ ਨਹੀਂ ਸੀ, ਹੁਣ ਵੀ ਪਾਪ ਨੂੰ ਛੱਡਣ ਨੂੰ ਤਿਆਰ ਨਹੀਂ ਸੀ। ਇਸੇ ਕਰਕੇ ਜਿਹੜਾ ਸੀ ਦੁਸ਼ਟ ਆਤਮਾ ਦਾ ਜਿਹੜਾ ਸੀਗਾ ਉਹਦਾ ਦੁਸ਼ਟ ਆਤਮਾ ਦਾ ਜਿਹੜਾ ਸੀਗਾ ਉਹ ਪਹਿਰਾ ਲੱਗ ਜਾਂਦਾ ਸੀਗਾ। ਉਸ ਤੋਂ ਬਾਅਦ ਦੇ ਵਿੱਚ ਇੱਕ ਗੱਲ ਸੀ ਭੇਤ ਦੀ ਗੱਲ ਇਹ ਸੀ ਕਿ ਖੁਦਾ ਆਪਣਾ ਹੱਥ ਇਸ ਕਰਕੇ ਨਹੀਂ ਰੱਖਣ ਡਿਆ, ਖੁਦਾ ਕੁਝ ਚਾਹੁੰਦਾ ਸੀਗਾ। ਜਿਸ ਤਰ੍ਹਾਂ ਇਨਸਾਨ ਅੱਜ ਧਰਤੀ ਦੇ ਉੱਤੇ ਕਿਸੇ ਦੇ ਨਾਲ ਕੋਈ ਮਤਬਲ ਹੋਵੇ ਤੇ ਕੋਈ ਚਾਹੁੰਦਾ ਨਾ, ਪਰ ਪਰਮੇਸ਼ਰ ਐਸਾ ਨਹੀਂ ਆ। ਪਰਮੇਸ਼ਰ ਮੇਰਾ ਜੀਵਨ ਚਾਹੁੰਦਾ ਸੀ ਮੇਰੇ ਕੋਲੋਂ ਵੀ ਸਹੀ ਤਰੀਕੇ ਨਾਲ ਮੈਂ ਜੀਵਨ ਨੂੰ ਬਤੀਤ ਕਰਾਂ। ਉਸ ਤੋਂ ਬਾਅਦ ਦੇ ਵਿੱਚ ਮੈਂ ਜਦੋਂ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ, ਦੁਆ ਕਰਨੀ ਸ਼ੁਰੂ ਕੀਤੀ, ਉਸ ਤੋਂ ਬਾਅਦ ਖੁਦਾ ਨੇ ਇੱਕ ਗੱਲ ਬੋਲੀ ਸੀਗੀ ਵੀ ਤੈਨੂੰ ਇਹ ਸ਼ੁਭ ਸਮਾਚਾਰ ਜਿਹੜਾ ਵਾ ਸਾਰੇ ਲੋਕਾਂ ਨੂੰ ਸੁਣਾਉਣਾ ਪੈਣਾ ਵਾ, ਇਸ ਕਰਕੇ ਮੈਂ ਤੈਨੂੰ ਇਹ ਚੰਗਾ ਕਰਾਂਗਾ। ਹਾਲੇਲੂਇਆ। ਫਿਰ ਉਸ ਤੋਂ ਬਾਅਦ ਮੈਂ ਆਪਣੇ ਮਨ 'ਚ ਇੱਕ ਫੈਸਲਾ ਕੀਤਾ ਕਿ ਮੈਂ ਅੱਜ ਆਪਣੀ ਜ਼ਿੰਦਗੀ ਜਿਹੜੀ ਆ ਉਹ ਪ੍ਰਭੂ ਨੂੰ ਸਹੀ ਤਰੀਕੇ ਨਾਲ ਦੇ ਦਾਂਗਾ। ਫਿਰ ਉਸ ਤੋਂ ਬਾਅਦ ਮੈਂ ਉਹ ਸ਼ਰਾਬ ਨੂੰ ਛੱਡਿਆ, ਘਰ 'ਚ ਮੀਟਿੰਗ ਰਖਾਈ। ਘਰ 'ਚ ਮੀਟਿੰਗ ਰਖਾਉਣ ਤੋਂ ਬਾਅਦ ਬਹੁਤ ਮਿਹਨਤ ਕੀਤੀ। ਉਸ ਤੋਂ ਬਾਅਦ ਖੁਦਾ ਨੇ ਮੈਨੂੰ ਕੀ ਕਰ ਦਿੱਤਾ? ਆਜ਼ਾਦ ਕਰ ਦਿੱਤਾ। ਅੱਜ ਤੱਕ ਮੈਂ ਆਜ਼ਾਦ ਵਾਂ। ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਮੁੜ ਕੇ ਮੇਰੀ ਜ਼ਿੰਦਗੀ ਦੇ ਵਿੱਚ ਕਦੀ ਐਸਾ ਕੰਮ ਨਹੀਂ ਆਇਆ ਕਿਉਂਕਿ ਸਿਰਫ ਖੁਦਾ ਨੂੰ ਪਾਪ ਦੇ ਨਾਲ ਨਫ਼ਰਤ ਹੈ। ਜਿਹੜਾ ਪਾਪ ਨੂੰ ਛੱਡ ਕੇ ਪ੍ਰਭੂ 'ਚ ਆ ਜਾਂਦਾ ਹੈ ਉਹਨੂੰ ਖੁਦਾ ਪਿਆਰ ਕਰਦਾ ਹੈ ਤੇ ਖੁਦਾ ਨੇ ਮੈਨੂੰ ਵੀ ਪਿਆਰ ਕੀਤਾ। ਮੈਂ ਪਾਪ ਨੂੰ ਛੱਡਿਆ ਤੇ ਪਰਮੇਸ਼ਰ ਨੂੰ ਅਪਣਾ ਲਿਆ ਤੇ ਪਰਮੇਸ਼ਰ ਨੇ ਮੈਨੂੰ ਚੰਗਾ ਕਰ ਦਿੱਤਾ। ਅੱਜ ਮੈਂ ਬਿਲਕੁਲ ਠੀਕ ਠਾਕ ਹਾਂ ਤੁਹਾਡੇ ਸਾਹਮਣੇ। ਪ੍ਰਭੂ ਦਾ ਧੰਨਵਾਦ ਕਰਦਾ ਹਾਂ। ਫਿਰ ਮਨ ਦੇ ਵਿੱਚ ਆਇਆ, ਮੈਂ ਚਾਹੁੰਦਾ ਸੀਗਾ ਕਿ ਮੈਂ ਤੇ ਬਚਿਆ, ਪ੍ਰਭੂ ਤੂੰ ਮੇਰੀ ਫੈਮਿਲੀ ਵੀ ਜਿਹੜੀ ਹੈਗੀ ਆ ਉਹਨੂੰ ਵੀ ਤੂੰ ਬਚਾ। ਬਾਣੀ 'ਚ ਲਿਖਿਆ ਤੂੰ ਬਚ ਤੇਰਾ ਘਰਾਣਾ ਬਚਾਇਆ ਜਾਏਗਾ। ਮੈਂ ਇਹ ਲਫ਼ਜ਼ ਬੋਲਦਾ ਸੀਗਾ ਬਾਈਬਲ ਦੇ ਵਚਨਾਂ ਨੂੰ ਮੈਂ ਲੈਂਦਾ ਹਾਂ ਆਪਣੀ ਜ਼ਿੰਦਗੀ ਦੇ ਵਿੱਚ ਕਿ ਪ੍ਰਭੂ ਤੇਰੇ ਵਚਨ 'ਚ ਲਿਖਿਆ ਹੈ ਤੂੰ ਬਚ ਤੇ ਤੇਰਾ ਘਰਾਣਾ ਬਚਾਇਆ ਜਾਵੇਗਾ। ਫਿਰ ਮੇਰੀ ਮਿਸਿਸ ਜਿਹੜੀ ਵਾਈਫ ਸੀਗੀ ਬਹੁਤ ਸਾਰੀ ਨਫ਼ਰਤ ਕਰਦੀ ਸੀ ਯਿਸੂ ਮਸੀਹ ਨੂੰ। ਬਹੁਤ ਸਾਰਾ ਜਦੋਂ ਕੋਈ ਘਰ ਦੇ ਵਿੱਚ ਕੋਈ ਸੇਵਕ ਆਉਂਦਾ ਸੀਗਾ ਬਹੁਤ ਸਾਰੇ ਨਫ਼ਰਤ ਕਰਦੇ ਸੀਗੇ ਕਿ ਇਹ ਘਰ ਦੇ ਵਿੱਚ ਹੋਣਾ ਨਹੀਂ ਚਾਹੀਦਾਗਾ। ਤੈਨੂੰ ਕਿੰਨੇ ਯਿਸੂ ਮਸੀਹ ਬਾਰੇ ਦੱਸ ਦਿੱਤਾ? ਬੜਾ ਮਨ ਦੇ ਵਿੱਚ ਹੁੰਦਾ ਹੈਗਾ ਕਿ ਉਹ ਬੰਦਾ ਹੀ ਮਰ ਜਾਵੇ ਜਿਹਨੇ ਤੈਨੂੰ ਯਿਸੂ ਮਸੀਹ ਬਾਰੇ ਦੱਸਿਆ। ਪਰ ਉਸ ਤੋਂ ਬਾਅਦ ਦੇ ਵਿੱਚ ਰੱਬ ਦਾ ਧੰਨਵਾਦ ਕਰਦੇ ਹਾਂ ਕਿ ਜਦੋਂ ਆਪਾਂ ਬੰਦਗੀ ਕਰਦੇ ਸੀਗੇ ਖੁਦਾ ਨੇ ਇੱਕ ਗੱਲ ਬੋਲੀ ਸੀ ਕਿ ਵੀ ਤੈਨੂੰ ਹੁਣ ਮੇਰੀ ਸੇਵਾ ਕਰਨੀ ਪੈਣੀ ਹੈ। ਮਨ ਦੇ ਵਿੱਚ ਮੇਰੇ ਇਹ ਗੱਲ ਆਈ ਕਿ ਮੈਂ ਜ਼ਰੂਰ ਤੇਰੇ ਤੇ ਹੱਥ ਰੱਖਾਂਗਾ ਪਰ ਤੈਨੂੰ ਹਮੇਸ਼ਾ ਹੀ ਜਿਹੜਾ ਜੀਵਨ ਵਾ ਉਹ ਮੇਰੇ ਵਿੱਚ ਬਤੀਤ ਕਰਨਾ ਪੈਣਾ ਵਾ। ਮੈਂ ਸੋਚ ਲਿਆ ਮੈਂ ਠੀਕ ਆ ਪ੍ਰਭੂ, ਅੱਜ ਤੋਂ ਬਾਅਦ ਮੈਂ ਆਪਣੀ ਜ਼ਿੰਦਗੀ ਜਿਹੜੀ ਆ ਸਹੀ ਤਰੀਕੇ ਨਾਲ ਬਤੀਤ ਕਰਾਂਗਾ। ਤੇ ਉਹ ਮੈਂ ਮੁੜ ਕੇ ਬਾਅਦ ਘਰ ਦੇ ਵਿੱਚ ਜਦੋਂ ਆਪਾਂ ਸੇਵਕਾਈ ਕੀਤੀ ਤੇ ਮੇਰੀ ਵਾਈਫ ਜਿਹੜੀ ਬਹੁਤ ਸਾਰੀ ਨਫ਼ਰਤ ਕਰਦੀ ਸੀਗੀ ਵੀ ਇਹ ਸੇਵਕਾਈ ਚੱਲ ਠੀਕ ਹੈ ਤੇ ਪ੍ਰਭੂ ਯਿਸੂ ਮਸੀਹ ਆ ਗਿਆ ਵਾ, ਕੋਈ ਇਤਰਾਜ਼ ਨਹੀਂ ਆ, ਪਰ ਆ ਜਿਹੜੇ ਢੋਲਕੀਆਂ ਚਿਮਟੇ ਆ ਜਾਂ ਇਹ ਵਜਾਉਣਾ ਇਹ ਮੈਨੂੰ ਪਸੰਦ ਨਹੀਂ ਆ। ਲੋਕ ਕੀ ਕਹਿਣਗੇ, ਕੀ ਕਹਿਣਗੇ ਲੋਕੀ ਤੁਹਾਨੂੰ ਵੀ ਕੀ ਕਰਦੇ ਨੇ। ਪਰ ਉਸ ਤੋਂ ਬਾਅਦ ਜਦੋਂ ਆਪਾਂ ਬੰਦਗੀ ਕੋਠੇ ਉੱਤੇ ਕਰਦੇ ਸੀਗੇ ਤੇ ਇਹਨਾਂ ਨੇ ਪੌੜੀਆਂ ਦੇ ਵਿੱਚ ਇੱਥੇ ਦੁਕਾਨ ਦੇ ਥੱਲੇ ਬਹਿਣਾ, ਥੱਲੇ ਬਹਿਣ ਤੋਂ ਬਾਅਦ ਚ ਮਨ ਦੇ ਵਿੱਚ ਆਉਣਾ ਵੀ ਕਰਨੇ ਜਿਹੜੇ ਥੋੜਾ ਇੱਕ ਪੌੜੀ ਚੜਦੇ ਸਾਡੇ ਮਕਾਨ ਦੀਆਂ ਕਾਫੀ ਪੌੜੀਆਂ ਵਾ, ਉਹਦੇ ਪੌੜੀਆਂ 'ਚ ਚੜਦੇ ਗਏ ਵੇਂਦੇ ਗਏ ਵੇਖਣ ਦੇ ਨਾਲ ਈਮਾਨ ਵੱਧ ਗਿਆ ਤੇ ਯਿਸੂ ਨੇ ਉਹਦੀ ਜ਼ਿੰਦਗੀ ਵੀ ਬਦਲ ਕੇ ਰੱਖ ਦਿੱਤੀ। ਸਾਰਿਆਂ ਨੂੰ ਜੈ ਮਸੀਹ। ਮੈਂ ਪ੍ਰਭੂ ਦਾ ਧੰਨਵਾਦ ਕਰਦੀ ਹਾਂ ਕਿ ਪ੍ਰਭੂ ਨੇ ਸਾਨੂੰ ਸੰਭਾਲਿਆ ਆ। ਜਿਸ ਤਰ੍ਹਾਂ ਮੇਰੇ ਪਤੀ ਨੇ ਆਪਣੇ ਜੀਵਨ ਦੀ ਗਵਾਹੀ ਬਾਰੇ ਦੱਸਿਆ, ਇਸੇ ਤਰ੍ਹਾਂ ਸਾਡਾ ਜੀਵਨ ਬਹੁਤ ਜ਼ਿਆਦਾ ਖਰਾਬ ਸੀ। ਮੈਂ ਪ੍ਰਭੂ ਦਾ ਧੰਨਵਾਦ ਕਰਦੀ ਹਾਂ ਕਿ ਪ੍ਰਭੂ ਨੇ ਸਾਨੂੰ ਚੰਗਿਆ ਕੀਤਾ ਆ। ਮੇਰੇ ਪਤੀ ਬਹੁਤ ਜ਼ਿਆਦਾ ਬਿਮਾਰ ਸੀ। ਮੈਂ ਆਪਣੇ ਪਤੀ ਦੀ ਜਾਨ ਨੂੰ ਬਚਾਉਣ ਵਾਸਤੇ ਬਪਤਿਸਮਾ ਲੈ ਲਿਆ, ਪਰ ਮੈਨੂੰ ਬਪਤਿਸਮੇ ਬਾਰੇ ਕੁਝ ਵੀ ਪਤਾ ਨਹੀਂ ਸੀ। ਤੇ ਪਰ ਬਪਤਿਸਮਾ ਲੈਣ ਦੇ ਬਾਅਦ ਵਿੱਚ ਮੇਰਾ ਕੋਈ ਵੀ ਜੀਵਨ ਦੇ ਵਿੱਚ ਤਬਦੀਲੀ ਨਹੀਂ ਸੀ ਹੈਗੀ। ਮੈਂ ਆਪਣੇ ਪਤੀ ਦੇ ਚੰਗਿਆਈ ਵਾਸਤੇ ਚਰਚ ਵਿੱਚ ਜਾਂਦੀ ਤਾਂ ਜ਼ਰੂਰ ਸੀ, ਪਰ ਚਰਚ ਦੇ ਵਿੱਚ ਜਾ ਕੇ ਮੇਰਾ ਮਨ ਨਹੀਂ ਸੀ ਲੱਗਦਾ ਹੈਗਾ। ਮੈਂ ਚਰਚ ਦੇ ਵਿੱਚ ਜਾਂਦੀ ਸੀ, ਬੈਠ ਕੇ ਉਸ ਜਗ੍ਹਾ ਦੇ ਉੱਤੇ ਇੱਧਰ ਉੱਧਰ ਦੇਖ ਕੇ ਤੇ ਮੈਂ ਫਿਰ ਘਰ ਵਾਪਸ ਆ ਜਾਂਦੀ ਸੀ। ਇੱਕ ਦਿਨ ਸ਼ੈਤਾਨ ਨੇ ਮੇਰੇ ਮਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਪਾਈਆਂ ਕਿ ਤੁਸੀਂ ਕਿਸ ਰਾਹ ਦੇ ਉੱਤੇ ਚੱਲਣਾ ਸ਼ੁਰੂ ਕਰਤਾ ਆ। ਮੈਂ ਚਰਚ ਦੇ ਵਿੱਚ ਜਾਣਾ ਬੰਦ ਕਰ ਦਿੱਤਾ, ਪਰ ਮੇਰਾ ਪਰਿਵਾਰ ਜਿਹੜਾ ਉਹ ਚਰਚ ਦੇ ਵਿੱਚ ਜਾਂਦਾ ਹੁੰਦਾ ਸੀ।
ਮੇਰਾ ਪਰਿਵਾਰ ਚਰਚ ਦੇ ਵਿੱਚ ਜਾਂਦਾ ਸੀ, ਪਰ ਮੈਂ ਚਰਚ ਦੇ ਵਿੱਚ ਨਹੀਂ ਸੀ ਜਾਂਦੀ। ਮੈਂ ਕੋਈ ਨਾ ਕੋਈ ਬਹਾਨਾ ਲਾ ਕੇ, ਕਾਰੋਬਾਰ ਦਾ ਬਹਾਨਾ ਲਾ ਕੇ ਮੈਂ ਦੁਕਾਨ ਤੇ ਬੈਠ ਜਾਂਦੀ ਸੀ। ਇਹ ਸਭ ਜਾਣੇ ਚਰਚ ਦੇ ਵਿੱਚ ਜਾਂਦੇ ਸੀ, ਪਰ ਮੈਂ ਨਹੀਂ ਸੀ ਜਾਂਦੀ। ਜਦ ਵੀ ਸਾਡੇ ਦੁਕਾਨ ਦੇ ਉੱਤੇ ਕੋਈ ਵੀ ਰੱਬ ਦਾ ਦਾਸ ਆਉਂਦਾ ਹੁੰਦਾ ਸੀ, ਪਰ ਮੈਨੂੰ ਉਹਨਾਂ ਦੇ ਉੱਤੋਂ ਬਹੁਤ ਜ਼ਿਆਦਾ ਨਫ਼ਰਤ ਸੀ। ਮੈਂ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਨਫ਼ਰਤ ਕਰਦੀ ਹੁੰਦੀ ਸੀ। ਮੈਂ ਉਹਨਾਂ ਨੂੰ ਪਾਣੀ ਤੱਕ ਵੀ ਨਹੀਂ ਸੀ ਪੁੱਛਦੀ ਹੁੰਦੀ। ਜਦ ਵੀ ਸਾਡੇ ਘਰ ਵਿੱਚ ਮੀਟਿੰਗ ਹੁੰਦੀ ਸੀ, ਮੈਂ ਮਸੀਹ ਲੋਕਾਂ ਦੇ ਨਾਲ ਵੀ ਬਹੁਤ ਜ਼ਿਆਦਾ ਨਫ਼ਰਤ ਕਰਦੀ ਹੁੰਦੀ ਸੀ। ਮੈਂ ਉਹਨਾਂ ਨੂੰ ਜੈਮਸੀ ਵੀ ਨਹੀਂ ਸੀ ਬੁਲਾਉਂਦੀ ਹੁੰਦੀ। ਮੈਂ ਉਹਨਾਂ ਦੇ ਸਾਹਮਣੇ ਵੀ ਨਹੀਂ ਸੀ ਹੁੰਦੀ। ਜਦੋਂ ਉਹ ਘਰੋਂ ਵਾਪਸ ਚਲੇ ਜਾਂਦੇ ਸੀ ਤੇ ਫਿਰ ਮੈਂ ਆਪਣੇ ਰਸੋਈ ਦੇ ਵਿੱਚੋਂ ਬਾਹਰ ਨਿਕਲਦੀ ਹੁੰਦੀ ਸੀ। ਇੱਕ ਦਿਨ ਸਾਡੇ ਘਰ ਦੇ ਵਿੱਚ ਮੀਟਿੰਗ ਰੱਖੀ ਗਈ ਤੇ ਪਰ ਉਸ ਦਿਨ ਵੀ ਸ਼ੈਤਾਨ ਨੇ ਮੇਰੇ ਦਿਮਾਗ ਵਿੱਚ ਕੁਝ ਐਸੀਆਂ ਗੱਲਾਂ ਪਾਈਆਂ। ਉਸ ਮੀਟਿੰਗ ਨੂੰ ਲੈ ਕੇ ਵੀ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜਾ ਹੋਇਆ। ਪਰ ਜਦ ਸਾਡੇ ਘਰ ਦੇ ਵਿੱਚ ਸੰਡੇ ਦੀ ਮੀਟਿੰਗ ਸ਼ੁਰੂ ਹੋਈ ਤੇ ਰੱਬ ਦੇ ਦਾਸ ਸੰਡੇ ਦੀ ਮੀਟਿੰਗ ਕਰਨ ਆਉਂਦੇ ਸੀ, ਮੈਂ ਉਹਨਾਂ ਦੇ ਨਾਲ ਵੀ ਬਹੁਤ ਜ਼ਿਆਦਾ ਨਫ਼ਰਤ ਕਰਦੀ ਹੁੰਦੀ ਸੀ। ਉਹਨਾਂ ਦਾ ਵੀ ਮੈਂ ਵਿਰੋਧ ਕਰਦੀ ਹੁੰਦੀ ਸੀ, ਪਰ ਫਿਰ ਵੀ ਉਹਨਾਂ ਨੇ ਮੇਰੀਆਂ ਗੱਲਾਂ ਦਾ ਗੁੱਸਾ ਨਹੀਂ ਸੀ ਕਰਦੇ ਹੁੰਦੇ। ਉਹ ਸੰਡੇ ਨੂੰ ਮੀਟਿੰਗ ਕਰਨ ਆਉਂਦੇ ਸੀ, ਪਰ ਜਦ ਮੈਂ ਦੁਕਾਨ ਦੇ ਉੱਤੇ ਬੈਠਦੀ ਹੁੰਦੀ ਸੀ, ਮੈਂ ਮੀਟਿੰਗ ਦੇ ਵਿੱਚ ਨਹੀਂ ਸੀ ਬੈਠਦੀ। ਹੌਲੀ ਹੌਲੀ ਮੇਰੇ ਮਨ ਦੇ ਵਿੱਚ ਕੁਝ ਐਸੀਆਂ ਗੱਲਾਂ ਪਈਆਂ ਕਿ ਮੈਂ ਵੀ ਪਰਮੇਸ਼ਵਰ ਦਾ ਵਚਨ ਸੁਣਾ। ਇਹ ਪਰਮੇਸ਼ਵਰ ਦੇ ਵਿੱਚ ਵਚਨ ਬਾਣੀ ਦੇ ਵਿੱਚ ਕੀ ਸੁਣਾਉਂਦੇ ਆ। ਮੈਂ ਜਾ ਕੇ ਚੋਰੀ ਪੌੜੀਆਂ ਦੇ ਵਿੱਚ ਬੈਠਦੀ ਸੀ ਕਿ ਮੈਨੂੰ ਕੋਈ ਦੇਖ ਨਾ ਲਵੇ। ਮੈਂ ਜਦ ਪੌੜੀਆਂ ਦੇ ਵਿੱਚ ਬੈਠ ਕੇ ਵਚਨ ਨੂੰ ਸੁਣਦੀ ਸੀ ਤੇ ਵਚਨ ਦੇ ਵਿੱਚ ਪਰਮੇਸ਼ਰ ਦੇ ਦਾਸ ਸੁਣਾਉਂਦੇ ਹੁੰਦੇ ਸੀ ਕਿ ਪਰਮੇਸ਼ਵਰ ਨੇ ਸਾਡੇ ਪਾਪਾਂ ਦੇ ਵਾਸਤੇ, ਸਾਡੇ ਗੁਨਾਹਾਂ ਦੇ ਵਾਸਤੇ, ਸਾਡੀਆਂ ਬਦੀਆਂ ਦੇ ਲਈ ਆਪਣੀ ਜਾਨ ਸਲੀਬ ਦੇ ਉੱਤੇ ਦਿੱਤੀ। ਹੌਲੀ ਹੌਲੀ ਉਹ ਵਚਨ ਮੇਰੇ ਦਿਮਾਗ ਦੇ ਵਿੱਚ ਬੈਠਣਾ ਸ਼ੁਰੂ ਹੋਇਆ ਤੇ ਹੌਲੀ ਹੌਲੀ ਮੈਂ ਹਰ ਰੂਟੀਨ ਦੇ ਵਿੱਚ ਹਰ ਸੰਡੇ ਚੋਰੀ ਪੌੜੀਆਂ ਦੇ ਵਿੱਚ ਬੈਠ ਕੇ ਉਸ ਵਚਨ ਨੂੰ ਸੁਣਦੀ ਹੁੰਦੀ ਸੀ। ਮੈਂ ਮੀਟਿੰਗ ਦੇ ਵਿੱਚ ਨਹੀਂ ਸੀ ਬੈਠਦੀ। ਤੇ ਇੱਕ ਦਿਨ ਵਚਨ ਦੇ ਵਿੱਚ ਉਹ ਸੁਣਾਉਂਦੇ ਸੀ ਕਿ ਤੁਹਾਡੇ ਮਾਂ ਦੇ ਪੇਟ ਵਿੱਚ ਹੀ ਜਨਮ ਲੈਣ ਤੋਂ ਪਹਿਲਾਂ ਹੀ ਪਰਮੇਸ਼ਵਰ ਨੇ ਤੁਹਾਡੀ ਚੋਣ ਕੀਤੀ ਆ। ਤੇ ਉਹ ਵਚਨ ਮੇਰੇ ਦਿਮਾਗ ਦੇ ਵਿੱਚ ਇੱਕਦਮ ਆਇਆ ਕਿ ਮੈਂ ਚਰਚ ਵਿੱਚ ਜਾਂਦੀ ਤਾਂ ਹੁੰਦੀ ਸੀ, ਪਰ ਮੇਰਾ ਮਨ ਨਹੀਂ ਲੱਗਦਾ ਨਹੀਂ ਸੀ ਹੁੰਦਾ। ਸੱਚਮੁੱਚ ਪਰਮੇਸ਼ਰ ਨੇ ਵਚਨ ਦੇ ਵਿੱਚ ਲਿਖਿਆ ਆ ਕਿ ਮੈਂ ਜਿਸ ਦੀ ਵੀ ਇੱਕ ਵਾਰੀ ਬਾਹ ਫੜਦਾ ਵਾਂ, ਕਦੀ ਮੈਂ ਛੱਡਦਾ ਨਹੀਂ ਆ। ਪਰਮੇਸ਼ਵਰ ਨੇ ਮੇਰੀ ਬਾਹ ਨੂੰ ਨਹੀਂ ਛੱਡਿਆ, ਪਰ ਮੈਨੂੰ ਸੰਭਾਲ ਕੇ ਰੱਖਿਆ। ਇੱਕ ਦਿਨ ਉਹ ਵਚਨ ਜਿਹੜਾ ਮੇਰੇ ਦਿਮਾਗ ਦੇ ਵਿੱਚ ਜਮਾ ਹੋਇਆ ਕਿ ਪਰਮੇਸ਼ਵਰ ਨੇ ਸਾਡੇ ਵਾਸਤੇ, ਸਾਡੇ ਗੁਨਾਹਾਂ ਦੇ ਵਾਸਤੇ ਆਪਣੀ ਜਾਨ ਦਿੱਤੀ ਆ ਤੇ ਮੁਕਤੀ ਜਿਹੜੀ ਆ ਉਹ ਪ੍ਰਭੂ ਯਿਸੂ ਮਸੀਹ ਦੇ ਕੋਲ ਆ। ਹੌਲੀ ਹੌਲੀ ਇਹ ਵਚਨ ਮੇਰੀ ਜ਼ਿੰਦਗੀ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਤੇ ਮੇਰੀ ਜ਼ਿੰਦਗੀ ਜਿਹੜੀ ਆ ਉਹ ਪ੍ਰਭੂ ਦੇ ਵਿੱਚ ਬਦਲ ਗਈ। ਮੈਂ ਪ੍ਰਭੂ ਦਾ ਧੰਨਵਾਦ ਕਰਦੀ ਆ, ਸ਼ੁਕਰ ਕਰਦੀ ਆ ਕਿ ਪ੍ਰਭੂ ਨੇ ਹੁਣ ਤੱਕ ਮੈਨੂੰ ਸੰਭਾਲ ਕੇ ਰੱਖਿਆ ਆ। ਉਸ ਦਿਨ ਤੋਂ ਮੈਂ ਪ੍ਰਭੂ ਦੇ ਵਿੱਚ ਆਪਣੇ ਪਤੀ ਦੇ ਨਾਲ, ਆਪਣੇ ਬੱਚਿਆਂ ਦੇ ਨਾਲ ਮਿਲ ਕੇ ਅਸੀਂ ਪ੍ਰਭੂ ਦੀ ਮਹਿਮਾ ਕਰਦੇ ਆਂ, ਆਰਾਧਨਾ ਕਰਦੇ ਆਂ ਤੇ ਸੰਗਤੀ ਕਰਦੇ ਆਂ। ਅਸੀਂ ਪ੍ਰਭੂ ਦਾ ਸ਼ੁਕਰ ਕਰਦੇ ਆਂ ਕਿ ਪ੍ਰਭੂ ਸਾਨੂੰ ਇਸੇ ਤਰ੍ਹਾਂ ਸੰਭਾਲ ਕੇ ਰੱਖੇ। ਮੈਂ ਪ੍ਰਭੂ ਦਾ ਧੰਨਵਾਦ ਕਰਦੀ ਆਂ। ਅਸੀਂ ਪੂਰਾ ਪਰਿਵਾਰ ਮਿਲ ਕੇ ਇਸ ਟਾਈਮ ਪ੍ਰਭੂ ਦੀ ਸੇਵਾ ਕਰਦੇ ਆਂ ਤੇ ਸ਼ੁਕਰ ਕਰਦੇ ਆਂ ਪ੍ਰਭੂ ਦਾ। ਪਰ ਹੁਣ ਕੀ ਆ ਕਿ ਜਦ ਪਰਮੇਸ਼ਵਰ ਦੇ ਵਿੱਚ ਜੋ ਆਨੰਦ ਵਾ, ਉਹ ਆਨੰਦ ਕਿਸੇ ਹੋਰ ਥਾਂ ਤੇ ਨਹੀਂ ਆ। ਹੁਣ ਪ੍ਰਭੂ ਦੇ ਵਿੱਚ ਸਾਨੂੰ ਇਹ ਆ ਕਿ ਸਾਡੇ ਭੈਣ ਭਰਾ ਭਾਵੇਂ ਸਾਨੂੰ ਛੱਡ ਕੇ ਵਾਪਸ ਚਲੇ ਜਾਣ, ਪਰ ਅਸੀਂ ਪ੍ਰਭੂ ਨੂੰ ਛੱਡ ਕੇ ਵਾਪਸ ਨਹੀਂ ਜਾ ਸਕਦੇ, ਕਿਉਂਕਿ ਉਹ ਆਨੰਦ ਜਿਹੜਾ ਪ੍ਰਭੂ ਦਾ ਆ ਉਹ ਕਿਤੇ ਵੀ ਸਾਨੂੰ ਮਿਲਦਾ ਨਹੀਂ ਆ। ਹਾਲੇਲੂਇਆ। ਪ੍ਰਭੂ ਦਾ ਧੰਨਵਾਦ ਕਰਦੀ ਆ, ਸ਼ੁਕਰ ਕਰਦੀ ਆ ਕਿ ਪ੍ਰਭੂ ਨੇ ਸਾਨੂੰ ਹੁਣ ਤੱਕ ਸੰਭਾਲ ਕੇ ਰੱਖਿਆ ਆ ਤੇ ਪ੍ਰਭੂ ਸਾਨੂੰ ਅੱਗੇ ਤੋਂ ਵੀ ਆਪਣੇ ਹੱਥਾਂ ਵਿੱਚ ਸੰਭਾਲ ਕੇ ਰੱਖੇ। ਸਾਰਿਆਂ ਨੂੰ ਜੈ ਮਸੀਹ। ਇਸ ਕਰਕੇ ਪਰਮੇਸ਼ਰ ਜਿਹੜਾ ਹੈ ਉਹ ਜ਼ਿੰਦਗੀ ਦੇਣ ਆਇਆ ਹੈ, ਨਾ ਕਿ ਕਿਸੇ ਦਾ ਧਰਮ ਤਬਦੀਲ ਕਰਨ ਆਇਆ ਹੈ। ਉਸ ਤੋਂ ਬਾਅਦ ਦੇ ਵਿੱਚ ਇਸ ਤਰ੍ਹਾਂ ਚੱਲਦੇ ਮਸੀਹਤ ਦੇ ਵਿੱਚ ਚੱਲਦੇ ਆਪਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਸਰੀਰਕ ਸੀਗੀਆਂ ਉਹਨਾਂ ਨੂੰ ਆਪਾਂ ਪਸੰਦ ਕਰਦੇ ਸੀਗੇ ਵੀ ਸ਼ਾਇਦ ਸਾਨੂੰ ਆ ਮਿਲ ਜੇ, ਸਾਨੂੰ ਆ ਮਿਲ ਜਾਵੇ। ਪਰ ਜਦੋਂ ਯਿਸੂ ਮਸੀਹ ਦੇ ਬਿਲਕੁਲ ਸੱਚਾਈ ਦੇ ਬਾਰੇ ਪਤਾ ਲੱਗਾ, ਫਿਰ ਇਹਨਾਂ ਚੀਜ਼ਾਂ ਨੂੰ ਛੱਡ ਕੇ ਤੇ ਆਪਾਂ ਉਹਨੂੰ ਤੱਕਿਆ, ਯਿਸੂ ਮਸੀਹ ਨੂੰ ਤੱਕਿਆ। ਹਾਲੇਲੂਇਆ। ਫਿਰ ਸਾਨੂੰ ਇਹ ਧਰਤੀ ਦੀਆਂ ਚੀਜ਼ਾਂ ਦਾ ਕੋਈ ਜ਼ਿਆਦਾ ਲਾਲਚ ਨਹੀਂ ਰਿਹਾ ਇਹਨਾਂ ਦਾ, ਬਸ ਪਰਮੇਸ਼ਰ ਨੂੰ ਤੱਕਦੇ ਰਹੇ। ਤੇ ਅੱਜ ਦਾ ਧੰਨਵਾਦ ਕਰਦੇ ਹਾਂ ਪਰਮੇਸ਼ਰ ਦਾ ਕਿ ਉਹਨੇ ਬਿਲਕੁਲ ਕੰਪਲੀਟ ਤੌਰ ਦੇ ਉੱਤੇ ਚੰਗਾ ਵੀ ਕੀਤਾ ਹੈ ਤੇ ਧਰਤੀ ਤੇ ਜਿਸ ਤੇ ਰਹਿਣ ਦੇ ਆ ਉਹਨੇ ਸਾਰੀਆਂ ਚੀਜ਼ਾਂ ਵਸਤਾਂ ਵੀ ਦਿੱਤੀਆਂ ਹੈ, ਉਹਦਾ ਧੰਨਵਾਦ ਕਰਦੇ ਹਾਂ। ਬਾਕੀ ਸਭ ਤੋਂ ਖੁਸ਼ੀ ਵਾਲੀ ਗੱਲ ਇਹ ਆ ਕਿ ਪਹਿਲਾਂ ਜ਼ਿੰਦਗੀ ਜਿਹੜੀ ਸੀ ਪਾਪ ਵਾਲੀ ਸੀਗੀ। ਪਾਣੀ 'ਚ ਲਿਖਿਆ ਪਾਪ ਦੀ ਮਜ਼ਦੂਰੀ ਮੌਤ ਹੈ,
ਤੇ ਸਦੀਪਕ ਜੀਵਨ ਪ੍ਰਭੂ ਯਿਸੂ ਮਸੀਹ ਦੇ ਕੋਲ ਹੈ। ਜਦੋਂ ਮੈਂ ਪ੍ਰਭੂ ਨੂੰ ਜਾਣਿਆ, ਚੰਗੀ ਤਰ੍ਹਾਂ ਜਾਣ ਲਿਆ ਵੀ ਸਦਾ ਦਾ ਜੀਵਨ ਜਿਹੜਾ ਹੈ ਉਹ ਯਿਸੂ ਮਸੀਹ ਕੋ ਮਿਲਣਾ ਹੈ, ਤੇ ਬਾਈਬਲ 'ਚ ਲਿਖਿਆ ਹਲ ਦੇ ਉੱਤੇ ਹੱਥ ਰੱਖ ਕੇ ਜਿਹੜਾ ਪਿੱਛੇ ਨੂੰ ਵੇਂਦਾ ਏ ਉਹ ਮੇਰੇ ਯੋਗ ਨਹੀਂ ਆ। ਫਿਰ ਕੀ ਆ, ਵਧਣਾ ਸ਼ੁਰੂ ਕਰ ਦਿੱਤਾ, ਅੱਗੇ ਨੂੰ ਵਧਣਾ ਸ਼ੁਰੂ ਕਰ ਦਿੱਤਾ। ਅੱਜ ਮੇਰੀ ਵਾਈਫ ਪ੍ਰਭੂ 'ਚ ਆ, ਮੇਰੇ ਬੱਚੇ ਵੀ ਪਰਮੇਸ਼ਰ ਦੇ ਵਿੱਚ ਆ। ਇੱਕ ਜਿਹੜੀ ਮੇਰੀ ਗੁੜੀਆ ਹੈ ਉਹ ਵੀ ਉਹਨੇ ਮਤਲਬ ਕਿ ਮਿਊਜ਼ਿਕ ਦਾ ਕੋਰਸ ਕੀਤਾ ਹੈ, ਉਹ ਵੀ ਅੱਜ ਇੰਗਲੈਂਡ ਆ। ਪ੍ਰਭੂ ਦਾ ਧੰਨਵਾਦ ਕਰਨ ਰਹੇ ਹਾਂ ਕਿ ਪਰਮੇਸ਼ਰ ਸਾਰਾ ਪਰਿਵਾਰ ਹੀ ਜਿਹੜਾ ਵਾ ਉਹ ਪਰਮੇਸ਼ਰ ਦੀ ਮਹਿਮਾ ਕਰਨ ਰਹੇ ਆ, ਤੇ ਪਰਮੇਸ਼ਰ ਦਾ ਸਾਰਿਆਂ ਨੂੰ ਮਤਲਬ ਕਹਿੰਦੇ ਕਿ ਹਰ ਇੱਕ ਨੂੰ ਪਰਮੇਸ਼ਰ ਜਿਹੜਾ ਉਹ ਐਸਾ ਅਭਿਸ਼ੇਕ ਦੇਵੇ, ਮਸਾ ਦੇਵੇ। ਪਰਮੇਸ਼ਰ ਆਪਣੇ ਕੰਮ ਵਾਸਤੇ ਹਰ ਇੱਕ ਨੂੰ ਇਸਤੇਮਾਲ ਕਰੇ। ਸਾਰਿਆਂ ਨੂੰ ਜੈ ਮਸੀਹ ਦੀ। ਸੋ ਮੈਂ ਆਸ ਕਰਦਾ ਹਾਂ ਕਿ ਤੁਸੀਂ ਇਸ ਗਵਾਹੀ ਦੇ ਦੁਆਰਾ ਬੜੀ ਬਰਕਤ ਨੂੰ, ਬੜੀ ਆਸ਼ੀਸ਼ ਨੂੰ ਹਾਸਿਲ ਕੀਤਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਬਹੁਤ ਸਾਰੇ ਲੋਕਾਂ ਦੇ ਜੀਵਨ ਬਦਲਣ, ਬਹੁਤ ਸਾਰੇ ਲੋਕ ਪਾਪ ਤੋਂ ਮੁੜ ਆਉਣ, ਤਾਂ ਤੁਸੀਂ ਇਸ ਗਵਾਹੀ ਨੂੰ ਸ਼ੇਅਰ ਕਰੋ ਤਾਂ ਜੋ ਬਹੁਤ ਸਾਰੇ ਲੋਕਾਂ ਦੇ ਜੀਵਨ ਬਦਲਣ ਤੇ ਉਹ ਯਿਸੂ ਮਸੀਹ ਦੇ ਵੱਲ ਤੁਰ ਪੈਣ।